ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਇੱਕ ਅਹਿਮ ਮੁੱਦੇ ਤੇ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇੱਕ ਪਾਸੇ ਦਮਗਜੇ ਮਾਰ ਰਹੀ ਆ ਤੇ ਅੱਜ ਫਿਰ ਮਾਰੇ ਨੇ, ਤਾਂ ਇੱਕ ਪਾਸੇ ਆਪ ਹੀ ਆਪਣੀ ਜਿਹੜੀ ਉਹ ਪੋਲ ਖਲਵਾ ਰਹੀ ਆ। ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਮੰਤਰੀ ਝੂਠ ਬੋਲ ਰਿਹਾ, ਕਿਹੜਾ ਮੰਤਰੀ ਸੱਚ ਬੋਲ ਰਿਹਾ, ਕੀ ਕੁਝ ਗੱਲਬਾਤ ਆ ਸਰਕਾਰ ਦੇ ਅੰਦਰ। ਸਥਿਤੀਆਂ ਜਿਹੜੀਆਂ ਬਣੀਆਂ ਕੀ ਹੋਈਆਂ ਉਹਦਾ ਸਮਝ ਹੀ ਨਹੀਂ ਆ ਰਹੀ, ਗੱਲੋਂ ਸਮਝੋ ਬਾਹਰ ਲੱਗ ਰਹੀ ਹੈ। ਕੀ ਕੁਝ ਗੱਲ ਹੈ ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸਮਝਾਵਾਂਗੇ। ਤੇ ਨਾਲ ਹੀ ਨਾਲ ਉਧਰ ਜੇਲ੍ਹ 'ਚ ਬੈਠੇ ਭਾਰਤ ਭੂਸ਼ਣ ਆਸ਼ੂ ਦੇ ਬਾਰੇ ਵੱਡੀ ਖਬਰ ਆਈ ਹੈ, ਮੁਸੀਬਤ ਭਰੀ ਖਬਰ ਹੈ। ਕੀ ਕੁਝ ਗੱਲਬਾਤ ਹੈ, ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਹੈ ਨਾ ਜਿਹੜੀ ਮੈਂ कहना ਕਿ ਸਰਕਾਰ ਵਾਲੀ ਖਬਰ ਤੋਂ ਪਹਿਲਾਂ ਆਪਾਂ ਭਾਰਤ ਭੂਸ਼ਣ ਆਸ਼ੂ ਵਾਲੀ ਖਬਰ ਤੇ ਕਰੀਏ। ਉਹ ਵਿਚਾਰਾ ਮਸਾਂ ਰਿਮਾਂਡ ਤੋਂ ਬਚ ਕੇ 8 ਦਿਨਾਂ ਦੇ ਰਿਮਾਂਡ ਤੋਂ ਬਚ ਕੇ ਜਿਹੜਾ ਉਹ ਮਸਾਂ ਗਿਆ ਸੀਗਾ ਜੇਲ੍ਹ, ਤੇ ਹੁਣ ਪਤਾ ਲੱਗਿਆ ਕਿ ਵਿਜੀਲੈਂਸ ਫੇਰ ਰਿਮਾਂਡ ਤੇ ਲਿਆਉਣ ਲੱਗੀ ਆ। ਹੁਣ ਚੱਕਰ ਕੀ ਪੈ ਗਿਆ, ਹੁਣ ਕਿਉਂ ਰਿਮਾਂਡ ਤੇ ਲਿਆਉਣ ਲੱਗੇ? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਪੁਲਿਸ ਦੀ ਇੱਕ ਰਣਨੀਤੀ ਆ, ਪੰਜਾਬ ਦੇ ਲੋਕ ਦੋ ਸ਼ਬਦ ਬੜੇ ਅੱਜ ਕੱਲ੍ਹ ਸੁਣਦੇ ਪਏ ਨੇ, ਟ੍ਰਾਂਜ਼ਿਟ ਰਿਮਾਂਡ ਤੇ ਪ੍ਰੋਡਕਸ਼ਨ ਵਾਰੰਟ। ਇਹੋ ਜਿਹੀ ਸਥਿਤੀ ਜਿਹੜੀ ਪੰਜਾਬ ਪੁਲਿਸ ਜਿਹੜੀ ਇਸ ਵੇਲੇ ਗੈਂਗਸਟਰਾਂ ਨਾਲ ਕਰ ਰਹੀ ਆ, ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਕਦੀ ਕਿਸੇ ਜੇਲ੍ਹ 'ਚ, ਕਦੀ ਕਿਸੇ ਜ਼ਿਲ੍ਹੇ 'ਚੋਂ, ਕਦੀ ਕਿਸੇ ਜ਼ਿਲ੍ਹੇ ਤੋਂ ਲਿਆਂਦਾ ਜਾ ਰਿਹਾ, ਤੇ ਹੁਣ ਲੱਗਦਾ ਉਦਾਂ ਦਾ ਹੀ ਵਰਤਾਰਾ ਜਿਹੜਾ ਆ ਭਾਰਤ ਭੂਸ਼ਣ ਆਸ਼ੂ ਦੇ ਨਾਲ ਆਉਂਦਿਆਂ ਦਿਨਾਂ 'ਚ ਹੋ ਸਕਦਾ। ਉਹ ਇਸ ਤਰੀਕੇ ਨਾਲ ਸਕਦਾ ਕਿਉਂਕਿ ਅਜੇ ਉਹ ਲੁਧਿਆਣਾ ਵਿਜੀਲੈਂਸ ਬਿਊਰੋ ਜਿਹੜਾ ਆ ਉਸਨੇ ਉਹਨਾਂ ਦੀ ਕਾਰਵਾਈ ਕੀਤੀ, ਤਾਂ ਉਸ ਆਧਾਰ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ, ਜਿੱਥੇ ਉਹਨਾਂ ਨੇ ਜ਼ਮਾਨਤ ਦੀ ਜਿਹੜੀ ਅਰਜੀ ਉਹ ਲਾਈ ਆ। ਤੇ ਹੁਣ ਇਹ ਪਤਾ ਲੱਗਾ ਕਿ ਹੁਣ ਜਲੰਧਰ ਪੁਲਿਸ ਜਿਹੜੀ ਆ, ਮਾਫ ਕਰਨਾ, ਜਲੰਧਰ ਵਿਜੀਲੈਂਸ ਬਿਊਰੋ ਜਿਹੜੀ ਆ, ਉਹ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ, ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ, ਤੇ ਉਹਨਾਂ ਦੀ ਜਾਂਚ ਨਵੇਂ ਸ਼ਹਿਰ ਦੇ ਮਾਮਲੇ ਦੇ ਵਿੱਚ ਕੋਈ ਕੇਸ ਸਾਹਮਣੇ ਆਏ ਨੇ। ਉਹਨਾਂ ਕੇਸਾਂ ਦੀ ਤਫਤੀਸ਼ ਕਰਨ ਵਾਸਤੇ ਜਿਹੜੀ ਹੁਣ ਜਲੰਧਰ ਪੁਲਿਸ ਆ, ਜਲੰਧਰ ਵਿਜੀਲੈਂਸ ਬਿਊਰੋ, ਮੈਂ ਫਿਰ ਕਹਿਦਾ ਜਲੰਧਰ ਵਿਜੀਲੈਂਸ ਬਿਊਰੋ ਜਿਹੜੀ ਆ, ਉਹ ਹੁਣ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਆਵੇਗੀ। ਤੇ ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਗੈਂਗਸਟਰ ਦੀਪਕ ਢਿੱਲੋਂ ਭੱਜ ਗਿਆ, ਉਹ ਵੀ ਪ੍ਰੋਡਕਸ਼ਨ ਵਾਰੰਟ ਤੇ ਮਾਨਸਾ ਖੜਦਾ ਸੀ, ਮਾਨਸਾ ਕਪੂਰਥਲਾ ਤੋਂ ਮਾਨਸਾ ਖੜਦਾ ਸੀ। ਤੇ ਉਦਾਂ ਦਾ ਕਿਤੇ ਇਹ ਵੀ ਨਾ ਹੋਵੇ ਕੱਲ ਨੂੰ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਆਵੇ ਤੇ ਇਹ ਵੀ ਕਹਿੰਦੇ ਉਹ ਵੀ ਫਰਾਰ ਹੋ ਗਿਆ, ਕਿਉਂਕਿ ਅੱਜ ਕੱਲ੍ਹ ਫਰਾਰੀਆਂ ਬੜੀਆਂ ਜਲਦੀ ਹੋ ਰਹੀਆਂ ਨੇ। ਇਹ ਪੰਜਾਬ ਪੁਲਿਸ ਦੀ ਕਾਰਕਰਦਗੀ ਤੇ ਪ੍ਰਸ਼ਨ ਚਿੰਨ੍ਹ ਵੀ ਲੱਗਦਾ। ਮੈਂ ਤਾਂ ਗੱਲ ਕੀਤੀ ਹੈ। ਖੈਰ, ਜਿਹੜੀ ਜਲੰਧਰ ਵਿਜੀਲੈਂਸ ਬਿਊਰੋ ਆ, ਉਹਨੇ ਕੁਝ ਕੇਸ ਜਿਹੜੇ ਨੇ ਉਹ ਜਾਂਚ ਚੱਲ ਰਹੀ ਸੀ। ਉਹੀ ਕੇਸ ਜਿਹੜੇ ਢੋਆ ਢਵਾਈ ਦੇ ਕੇਸ ਭਾਰਤ ਭੂਸ਼ਣ ਆਸ਼ੂ ਦੇ ਜਲੰਧਰ ਔਰ ਦੂਜਿਆਂ ਖੇਤਰਾਂ ਦੇ ਵਿੱਚ ਜਿਨ੍ਹਾਂ ਨਾਲ ਸੰਬੰਧਿਤ ਨੇ, ਉਹਨਾਂ ਦੇ ਵਿੱਚੋਂ ਹੀ ਨਵੇਂ ਤੱਥ ਜਿਹੜੇ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਲੰਧਰ ਵਿਜੀਲੈਂਸ ਬਿਊਰੋ ਨੂੰ ਲੱਗੇ ਨੇ। ਤੇ ਜਦੋਂ ਉਹ ਵਿਜੀਲੈਂਸ ਬਿਊਰੋ ਨੇ ਉਹ ਜਾਂਚ ਕੀਤੀ, ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਵਿਜੀਲੈਂਸ ਬਿਊਰੋ ਨੇ ਇਹ ਪਾਇਆ ਕਿ ਭਾਰਤ ਭੂਸ਼ਣ ਆਸ਼ੂ ਇੱਕ ਵਾਰੀ ਦੁਬਾਰਾ ਰਿਮਾਂਡ ਤੇ ਲਿਆ ਕੇ ਉਹਨਾਂ ਕੋਲ ਪੁੱਛਗਿੱਛ ਜਿਹੜੀ ਆ ਕਰਨੀ ਚਾਹੀਦੀ ਆ। ਖਾਸ ਤੌਰ ਤੇ ਤੁਹਾਨੂੰ ਯਾਦ ਹੋਏਗਾ, ਅਸੀਂ ਇੱਕ ਨਾਮ ਤੇਲੂ ਰਾਮ ਬੜਾ ਨਾਮ ਕਰਦੇ ਨੇ, ਜਿਹੜਾ ਇੱਕ ਬਹੁਤ ਵੱਡਾ ਆੜਤੀਆ ਹੈ। ਉਸ ਤੇਲੂ ਰਾਮ ਦੇ ਜਿਹੜੇ ਕੁਝ ਆਪਣੇ ਹੀ ਕਹਿ ਸਕਦੇ ਆ ਤਾਣਾ ਬਣਾ, ਉਹ ਜਲੰਧਰ ਦੇ ਕੁਝ ਆੜਤੀਆਂ ਦੇ ਨਾਲ ਜੁੜਿਆ। ਤੇ ਕੁਝ ਢੋਆ ਢਵਾਈ ਦੇ ਕੇਸ, ਜਿਸ ਤਰੀਕੇ ਨਾਲ ਟੈਂਡਰਿੰਗ ਜਿਹੜੀ ਸੀ ਲੁਧਿਆਣੇ, ਵੇਖੋ ਸੁਖਵਿੰਦਰ ਜੀ, ਇੱਕ ਗੱਲ ਤਾਂ ਕਲੀਅਰ ਆ ਕਿ ਜਿਹੜਾ ਇੱਕ ਮੰਤਰੀ ਆ, ਉਹ ਪੰਜਾਬ ਦਾ ਮੰਤਰੀ ਆ, ਤਾਂ ਉਸ ਮੰਤਰੀ ਦਾ ਹਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਨਜ਼ਦੀਕੀ ਤਾਂ ਹੁੰਦੇ ਆ। ਤਾਂ ਉਹਨਾਂ ਨਜ਼ਦੀਕੀਆਂ ਨੂੰ ਉਹਨਾਂ ਨੇ ਆਪਣਾ ਜਿਹੜਾ ਉਹ ਫਾਇਦਾ ਜਿਹੜਾ ਪਹੁੰਚਾਉਣਾ ਸੀ ਕਥਾ ਤੌਰ ਤੇ, ਜਿਸ ਤਰੀਕੇ ਨਾਲ ਆਪਾਂ ਨਹੀਂ ਕਹਿ ਰਹੇ ਕਿ ਉਹਨਾਂ ਨੇ ਪਹੁੰਚਾਇਆ, ਜੋ ਲੋਕ ਕਹਿੰਦੇ ਜਾਂ ਵਿਜੀਲੈਂਸ ਬਿਊਰੋ ਕਹਿੰਦੀ ਆ, ਤਾਂ ਉਸ ਤਰੀਕੇ ਨਾਲ ਫਾਇਦਾ ਪਹੁੰਚਾਇਆ। ਤੇ ਹੁਣ ਵਿਜੀਲੈਂਸ ਬਿਊਰੋ ਭਾਵੇਂ ਹੋਵੇ ਵੱਖ-ਵੱਖ ਜ਼ਿਲ੍ਹਿਆਂ ਦੀ, ਸੁਖਵਿੰਦਰ ਜੀ, ਹੈ ਤਾਂ ਉਹ ਪੰਜਾਬ ਪੁਲਿਸ ਦੀ, ਤਾਂ ਸਕੰਜਾ ਜਿਹੜਾ ਆ ਹੁਣ ਉਹਨਾਂ ਨੇ ਹੋਰ ਕੱਸਣਾ। ਕਿਉਂਕਿ ਬੀਤੇ ਦਿਨ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਵਿਰੋਧੀ ਧਿਰ ਕਾਂਗਰਸ ਨੇ ਆਮ ਆਦਮੀ ਪਾਰਟੀ ਵਾਸਤੇ ਮੁਸ਼ਕਲਾਂ ਪੈਦਾ ਕੀਤੀਆਂ, ਜਾਂ ਦੂਜਾ ਪਾਸੇ ਸੱਤਾ ਧਿਰ ਕਿਸ ਤਰੀਕੇ ਨਾਲ ਉਹਨਾਂ ਕੋਲ ਬਚਦੀ ਰਹੀ, ਉਸ ਸਭ ਦੇ ਲਿਹਾਜ਼ ਦੇ ਨਾਲ ਹੁਣ ਵਿਜੀਲੈਂਸ ਬਿਊਰੋ ਨੂੰ ਸਰਕਾਰ ਵੱਲੋਂ ਹੋਰ ਆਦੇਸ਼ ਹੋਏ ਹੋਣਗੇ ਕਿ ਹੋਰ ਥੋੜਾ ਜਿਹਾ ਸਕੰਜਾ ਜਿਹੜਾ ਹੋਰ ਕੱਸਿਆ ਜਾਵੇ, ਜਿਸ ਤਰੀਕੇ ਨਾਲ ਇੱਕ ਗੈਂਗਸਟਰ ਨੂੰ ਦੂਜੇ। ਮੈਂ ਇੱਥੇ ਗੱਲ ਪੁੱਛਣੀ ਚਾਹੁੰਦਾ ਕਿ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਹਾਲਾਂਕਿ ਠੀਕ ਆ, ਇਹ ਟੈਂਡਰ ਘੁਟਾਲੇ ਦੇ ਜਾਂ ਢੋਆ ਢਾਈ ਘੁਟਾਲੇ ਦੇ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਜਿਹੜਾ ਉਹ ਜੇਲ੍ਹ ਭੇਜ ਦਿੱਤਾ ਗਿਆ ਸੀਗਾ। ਪਰ ਇੱਥੇ ਸਵਾਲ ਇਹ ਖੜੇ ਹੁੰਦੇ ਸੀ ਕਿ ਲੋਕਾਂ ਨੂੰ ਸ਼ੱਕ ਸੀ ਕਿ ਹਾਲੇ ਹੋਰ ਖੁਲਾਸੇ ਜਿਹੜੇ ਹੋਣੇ ਚਾਹੀਦੇ ਸੀ, ਪਰ ਉਹ ਹੋਏ ਨਹੀਂ। ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਨੇੜੇ ਸੀ ਜਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਨੂੰ ਚੰਗੇ ਤਰੀਕੇ ਨਾਲ ਜਾਣਦੇ ਸੀ, ਉਹ ਇਹ ਸੋਚਦੇ ਸੀ ਕਿ ਇਹਦੇ ਵਿੱਚ ਹੋਰ ਖੁਲਾਸੇ ਹੋਣਗੇ, ਪਰ ਹੋਏ ਨਹੀਂ।
ਉਹ ਤੋਂ ਬਾਅਦ ਫਿਰ ਕੀ ਹੋਇਆ, ਡੀਐਸਪੀ ਬਲਵਿੰਦਰ ਸਿੰਘ ਸੇਖੋਂ ਉਹਨਾਂ ਨੇ ਇਹ ਇਲਜ਼ਾਮ ਲਾਏ ਕਿ ਭਾਈ ਇਹਦੇ ਤੋਂ ਪੁੱਛਗਿੱਛ ਚੰਗੇ ਤਰੀਕੇ ਦੇ ਨਾਲ ਹੋਈ ਨਹੀਂ। ਕਹਿੰਦੇ ਮੈਨੂੰ 5 ਮਿੰਟ ਲਵਾਏ ਹੁੰਦੇ ਜਾਂ ਘੰਟਾ ਲਵਾਇਆ ਹੁੰਦਾ, ਦੇਖਿਓ ਆਸ਼ੂ ਕਿਵੇਂ ਕੋਆਪਰੇਟ ਕਰਦਾ ਸੀ, ਕਿਵੇਂ ਪਟਰ ਪਟਰ ਬੋਲਦਾ ਸੀ। ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਨੇ ਇਹ ਗੱਲ ਕਹੀ ਕਿ ਚਾਹ ਪਕੌੜੇ ਜਿਹੜੇ ਖਵਾ ਕੇ ਉੱਥੇ ਸੇਵਾ ਪਾਣੀ ਕਰਕੇ ਜੇਲ੍ਹ ਭੇਜ ਦਿੱਤਾ ਗਿਆ, ਬਹੁਤੇ ਖੁਲਾਸੇ ਹੋਏ ਨਹੀਂ ਤੇ ਬਹੁਤੇ ਲੋਕ ਇਹ ਮੰਨਦੇ ਵੀ ਆ। ਔਰ ਜੇ ਮੈਂ ਗੱਲ ਕਰਾਂ ਉਧਰ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ ਵੀ ਉਦੋਂ ਇਹ ਗੱਲ ਕਹਿਤੀ, ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੋਈ ਨਹੀਂ ਹੋਈ, ਉਹਨਾਂ ਨੂੰ ਵੀ ਚਾਹ ਪਕੌੜੇ ਖਵਾ ਕੇ ਤੋਰਿਆ। ਇਹ ਸਿਸਟਮ ਕੀ ਹੈ ਕਿ ਫਿਰ ਮੰਨਿਆ ਜਾਵੇ ਕਿ ਇਹ ਜਿਹੜੇ ਰਿਮਾਂਡ ਪ੍ਰੋਡਕਸ਼ਨ ਵਾਰੰਟ ਤੇ ਆਉਂਦੇ ਆ ਜਾਂ ਸੰਮਣ ਆਉਂਦੇ ਆ, ਇਹਦਾ ਮਤਲਬ ਸਾਫ਼ ਹੈ ਕਿ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਆ। ਇਹਦੇ ਵਿੱਚੋਂ ਨਿਕਲਦਾ ਕੱਖ ਨਹੀਂ। ਫਿਰ ਵੀ ਅਣਖੀ ਸਾਹਿਬ 8 ਦਿਨ ਉਹ ਬੰਦੇ ਨੂੰ ਤੁਸੀਂ ਰੱਖਿਆ ਹੋਵੇ ਤੇ ਪੂਰੇ ਪੰਜਾਬ ਦਾ ਉਹ ਮੰਤਰੀ ਹੋਵੇ ਤੇ ਪਤਾ ਇਹ ਵੀ ਹੋਵੇ ਕਿ ਹਰ ਪਾਸੇ ਘੁਟਾਲੇ ਹੋਏ ਹੋਣੇ ਆ, ਜੇ ਇੱਕ ਤਾਂ ਹੋਇਆ ਤਾਂ ਫਿਰ ਤੁਹਾਡੇ ਤੋਂ 8 ਦਿਨਾਂ ਦੇ ਵਿੱਚ ਸਿਰਫ ਇੱਕੋ ਹੀ ਘੁਟਾਲੇ ਬਾਰੇ ਜਾਣਿਆ ਜਾਵੇ ਤਾਂ ਫਿਰ ਸਵਾਲ ਜਿਹੜੇ ਖੜੇ ਹੁੰਦੇ ਆ ਚਾਹ ਪਕੌੜਿਆਂ ਵਾਲੇ, ਚਾਹੇ ਉਹ ਸੁਖਬੀਰ ਬਾਦਲ ਦੇ ਸੰਦਰਭ 'ਚ ਹੋਣ, ਚਾਹੇ ਭਾਰਤ ਭੂਸ਼ਣ ਆਸ਼ੂ ਦੇ ਸੰਦਰਭ ਦੇ ਵਿੱਚ ਸੇਖੋਂ ਵੱਲੋਂ ਲਗਾਏ ਇਲਜ਼ਾਮ ਹੋਣ, ਇਹਦਾ ਮਤਲਬ ਫਿਰ ਸਾਫ਼ ਹੈ ਕਿ ਸੇਖੋਂ ਤੇ ਕੁਮਰ ਵਿਜੇ ਪ੍ਰਤਾਪ ਦੇ ਇਲਜ਼ਾਮ ਜਿਹੜੇ ਸੱਚੇ ਆ। ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਅਫਸਰ ਕਾਰਵਾਈ ਕਿਸ ਤਰੀਕੇ ਨਾਲ ਕਰ ਰਹੇ। ਸੁਖਿੰਦਰ ਜੀ, ਬੜਾ ਮਹੱਤਵਪੂਰਨ ਪ੍ਰਸ਼ਨ ਤੁਸੀਂ ਪੈਦਾ ਕੀਤਾ ਔਰ ਪੁੱਛਿਆ ਤੁਸੀਂ। ਇਹ ਵਾਕਿਆ ਹੀ ਜਿਹੜੀ ਸਰਕਾਰ ਦੀ, ਜੇ ਮੈਂ ਨੀਤੀ ਦੀ ਗੱਲ ਕਰਾਂ, ਖਾਸ ਤੌਰ ਤੇ ਪਿਛਲੇ ਕੇਸਾਂ ਦੇ ਵਿੱਚ ਤੁਸੀਂ ਇੱਕ ਨਾਮ ਤਾਂ ਛੱਡ ਕੇ ਬਿਕਰਮ ਮਜੀਠੀਆ ਦਾ ਵੀ ਨਾਂ ਛੱਡ ਕੇ, ਬਿਕਰਮ ਮਜੀਠੀਆ ਵੀ ਜੇਲ੍ਹ ਤੋਂ ਇਹਨਾਂ ਦੇ ਹੁੰਦਿਆਂ ਹੀ ਬਾਹਰ ਆਇਆ। ਪਰ ਕਹੀ ਜਾਂਦੇ ਨਾ ਕਿ ਜ਼ਮਾਨਤ ਤਾਂ ਚਲੋ ਸਾਰਿਆਂ ਨੂੰ ਮਿਲ ਜਾਂਦੀ, ਇਹ ਇੱਕ ਅਲੱਗ ਵਿਸ਼ਾ। ਪਰ ਜਿਸ ਤਰੀਕੇ ਦੇ ਨਾਲ ਸੁਖਵਿੰਦਰ ਜੀ ਬੀਤੇ ਦੌਰ ਵਿੱਚ ਆਮ ਆਦਮੀ ਪਾਰਟੀ ਦੀ ਅਫਸਰਸ਼ਾਹੀ, ਅਸੀਂ ਇਹ ਕਹਾਂਗੇ, ਤੇ ਦੂਜੇ ਪਾਸੇ ਇਹਨਾਂ ਦਾ ਨੇਤਾਵਾਂ ਦਾ ਰੋਲ ਰਿਹਾ, ਉਹਦੇ ਤੋਂ ਇਸ ਤਰ੍ਹਾਂ ਲੱਗਦਾ ਕਿ ਵਿਰੋਧੀ ਧਿਰ ਦੇ ਪ੍ਰਤੀ ਜੋ ਇਹਨਾਂ ਨੇ ਨੀਤੀ ਅਪਣਾਈ ਆ ਉਹ ਰੌਲੇ ਰੱਪੇ ਵਾਲੀ ਜ਼ਿਆਦਾ ਆ। ਅਸਲ ਕੰਮ, ਅਸਲ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਮਸਲੇ ਦੇ ਵਿੱਚ ਉਹ ਘੱਟ ਹੈਗੀ ਆ। ਇਹ ਸਿਰਫ ਤੇ ਸਿਰਫ ਇੱਕ ਰਾਜਨੀਤਿਕ ਸਟੇਜ ਦੇ ਉੱਤੇ ਇੱਕ ਉਹ ਪ੍ਰਪੰਚ ਰਚਦੇ ਪਏ ਆ ਕਿ ਜਿੱਥੇ ਉਹ ਲੋਕਾਂ ਨੂੰ ਕਹਿ ਸਕਣ ਕਿ ਵੇਖੋ ਜੀ ਅਸੀਂ ਇਹ ਕਾਰਵਾਈ ਕਰਤੀ, ਇਹ ਕਾਰਵਾਈ ਕਰਤੀ। ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਮੈਨੂੰ ਇਸ ਵੇਲੇ ਜਿਹੜਾ ਵਤੀਰਾ ਸਿਰਫ ਤੇ ਸਿਰਫ ਇਹ ਨਜ਼ਰ ਆ ਰਿਹਾ ਕਿ ਇੱਕ ਵਾਰੀ ਬੰਦੇ ਨੂੰ ਫੜ ਲਓ, ਦਾਗੀ ਕਰ ਦੋ, ਪਰਚਾ ਦਰਜ ਕਰ ਦੋ, ਬਾਅਦ ਚ ਛੁੱਟ ਜੇ, ਕੋਈ ਗੱਲ ਨਹੀਂ। ਘੱਟ ਤੋਂ ਘੱਟ ਅਸੀਂ ਇੰਨੀ ਗੱਲ ਕਹਿਣ ਜੋਗੇ ਹੋ ਜਾਈਏ, ਖਾਸ ਤੌਰ ਤੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਦੇ ਵਿੱਚ ਅਸੀਂ ਇਸ ਬੰਦੇ ਨੂੰ ਵੀ ਫੜਿਆ, ਅਸੀਂ ਇਸ ਬੰਦੇ ਨੂੰ ਵੀ ਫੜਿਆ, ਅਸੀਂ ਇਸ ਬੰਦੇ ਨੂੰ ਵੀ ਫੜਿਆ। ਇਹ ਤੁਹਾਡੇ ਪ੍ਰਸ਼ਨ ਦਾ ਇੱਕ ਪੱਖ ਆ। ਬਾਕੀ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਸਮੁੱਚੇ ਪੰਜਾਬ ਦਾ ਮੰਤਰੀ ਹੋਵੇ, ਕੈਪਟਨ ਅਮਰਿੰਦਰ ਸਿੰਘ ਦੇ ਕਲੋਜ਼ ਹੋਵੇ, ਸਾਰੇ ਪਾਸੇ ਘੁਟਾਲੇ ਹੋਣ ਤੇ ਵਿਜੀਲੈਂਸ ਬਿਊਰੋ ਫਿਰ ਵੀ ਉਹ ਖੁਲਾਸੇ ਨਾ ਉਹਦੇ ਕੋਲ ਕਢਾ ਸਕਣ ਜਿਹੜੇ ਖੁਲਾਸੇ ਹੋਣੇ ਚਾਹੀਦੇ ਸੀ। ਬੜਾ ਮਹੱਤਵਪੂਰਨ ਪ੍ਰਸ਼ਨ ਆ। ਤੇ ਅਗਲਾ ਬੰਦਾ ਜ਼ਮਾਨਤ ਲੈਣ ਵਾਸਤੇ ਤਰਲੋ ਮੱਛੀ ਹੋਇਆ। ਤੁਸੀਂ ਦੇਖਿਓ ਹੁਣ ਉਹਦੀ ਜ਼ਮਾਨਤ ਨਹੀਂ ਹੋਈ, ਹੋਰ 2-4 ਦਿਨਾਂ ਨੂੰ ਹੋ ਜੂਗੀ। ਖਾਸ ਤੌਰ ਤੇ ਇਸ ਤੋਂ ਇਲਾਵਾ ਤੁਸੀਂ ਸੁਖਬੀਰ ਬਾਦਲ ਦੀ ਗੱਲ ਕਰ ਲਓ। ਸੁਖਬੀਰ ਬਾਦਲ ਨੂੰ ਜਿਸ ਤਰੀਕੇ ਨਾਲ ਐਲਕੇ ਯਾਦਵ ਵਾਲੀ SIT ਨੇ ਸੱਦਿਆ ਔਰ ਜਿਸ ਤਰੀਕੇ ਨਾਲ ਬਾਹਰ ਆਣ ਕੇ ਉਹ ਬੰਦਾ ਕੰਵਰ ਵਿਜੇ ਪ੍ਰਤਾਪ ਨੂੰ ਸਿੱਧਾ ਥ੍ਰੈਟ ਕਰਦਾ ਪਿਆ, ਉਹ ਵੀ ਉਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਚਿਹਰੇ ਦੇ ਉੱਤੇ ਕੋਈ ਗੱਲ ਨਹੀਂ, ਤੇ ਵਿਧਾਨ ਸਭਾ ਦੀ ਫਲੋਰ ਤੋਂ ਉਹੀ ਕੰਵਰ ਵਿਜੇ ਪ੍ਰਤਾਪ ਸਿੰਘ ਇਹ ਗੱਲ ਕਹਿੰਦੇ ਆ ਕਿ ਉਹ ਚਾਹ ਪਕੌੜੇ ਖਾ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸੁਖਵਿੰਦਰ ਜੀ, ਕੁਦਰਤੀ ਤੌਰ ਤੇ ਇਹ ਪ੍ਰਸ਼ਨ ਪੈਦਾ ਹੋਣਗੇ, ਇਹ ਪ੍ਰਸ਼ਨ ਚਿੰਨ ਲੱਗੇਗਾ। ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਰਿਹਾ, ਉਹਦੀ ਜ਼ਮਾਨਤ ਅਖੀਰ ਤੱਕ ਕਦੇ ਹਾਈ ਕੋਰਟ ਕਦੇ ਸੁਪਰੀਮ ਕੋਰਟ ਜਾਂਦੀ ਰਹੀ, ਪਰ ਅਖੀਰ ਦੇ ਸਮੇਂ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਵੇਖ ਲਿਆ ਕਿ ਜਿੰਨਾ ਚਿਰ ਅੰਦਰ ਰੱਖਣਾ ਠੀਕ ਹੈ ਰੱਖ ਦੋ, ਬਾਅਦ ਦੇ ਵਿੱਚ ਉਹ ਵੀ ਬੰਦੇ ਨੂੰ ਬਾਹਰ ਆ ਗਿਆ। ਸਰਕਾਰ ਉਹਦੇ ਮੁੱਦੇ ਤੇ ਵੀ ਕੁਝ ਨਹੀਂ ਕਰ ਸਕੀ। ਇਹ ਸਰਕਾਰ ਦੀਆਂ ਉਹ ਅਸਫਲਤਾਵਾਂ ਆਪਾਂ ਗਿਣੀਆਂ ਨੇ ਜਿਨ੍ਹਾਂ ਦੇ ਦਮਗਜੇ ਬੜੇ ਵੱਡੇ ਪੱਧਰ ਤੇ ਉਹਨਾਂ ਨੇ ਮਾਰੇ। ਜੋਗਿੰਦਰਪਾਲ ਭੋਏ ਦੀ ਗੱਲ ਕਰ ਲਓ, ਜੋਗਿੰਦਰਪਾਲ ਭੋਏ ਨੂੰ ਇੱਕ ਦਿਨ ਫੜਦੇ ਆ, ਤੀਸਰੇ ਦਿਨ ਉਹ ਬੰਦਾ ਜ਼ਮਾਨਤ ਲੈਣ ਵਿੱਚ ਸਫਲ ਹੋ ਜਾਂਦਾ। ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮੌਜੂਦਾ ਸਰਕਾਰ ਆ, ਇਸ ਦਾ ਰਵਾਇਤੀ ਪਾਰਟੀਆਂ ਦੇ ਜਿਹੜੇ ਇਦਾਂ ਦੇ ਨੇਤਾ ਨੇ ਉਹਨਾਂ ਦੇ ਪ੍ਰਤੀ ਜਿਹੜਾ ਵਤੀਰਾ ਸਿਰਫ ਲੋਕ ਵਿਖਾਵਾ ਹੈਗਾ। ਅਸਲ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਤੋਂ ਆਮ ਆਦਮੀ ਪਾਰਟੀ ਪਤਾ ਨਹੀਂ ਗਰੇਜ਼ ਕਰ ਰਹੀ ਆ ਜਾਂ ਡਰ ਰਹੀ ਆ, ਤੇ ਜਾਂ ਫਿਰ ਉਹ ਇਸ ਕਰਨ ਦੇ ਸਮਰੱਥ ਹੀ ਨਹੀਂ, ਤੇ ਜਾਂ ਅਫਸਰਸ਼ਾਹੀ ਉਹਨਾਂ ਦਾ ਸਾਥ ਨਹੀਂ ਦੇ ਰਹੀ। ਬਹੁਤ ਵੱਡੇ ਅਜਿਹੇ ਪ੍ਰਸ਼ਨ ਜਿਹੜੇ ਪੈਦਾ ਹੁੰਦੇ ਨੇ ਖਾਸ ਤੌਰ ਤੇ ਬੀਤੇ ਦਿਨਾਂ ਦੇ ਵਿੱਚ। ਹੁਣ ਵਿਜੀਲੈਂਸ ਬਿਊਰੋ ਵੱਲੋਂ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਹੁਣ ਜਲੰਧਰ ਲਿਆਂਦਾ ਜਾਣਾ, ਜਲੰਧਰ ਪੁਲਿਸ ਲਿਆਊਗੀ, ਫਿਰ ਵੀ ਕਹਾਣੀ ਜਾਂ ਤੇ ਉਹਦੇ ਉੱਤੇ ਕੁਝ ਹੋਰ ਅਜਿਹੇ ਖੁਲਾਸੇ ਹੋਏ। ਹੁਣ ਟੈਂਡਰਿੰਗ ਦਾ ਮਸਲਾ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਆ, ਜਿੱਥੇ ਜਿੱਥੇ ਉਹਨਾਂ ਨੇ
ਦਿੱਤਾ ਹੋਏਗਾ ਜਾਂ ਆਪਣੇ ਚਹੇਤਿਆਂ ਨੂੰ ਢੋਆ ਢੁਆਈ ਦੇ ਜਿਹੜੇ ਲਾਇਸੈਂਸ ਜਾਂ ਮੁਹੱਈਆ ਕਰਾਏ, ਉਹ ਤਾਂ ਉੱਥੇ ਦੀ ਉਹ ਗੱਲ ਰਹਿਣੀ ਆ। ਮੈਨੂੰ ਡੀਐਸਪੀ ਬਲਵਿੰਦਰ ਸੇਖੋਂ ਦਾ ਉਹ ਇੱਕ ਬਿਆਨ ਜਿਹੜਾ ਯਾਦ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਇਹਨਾਂ ਨੇ ਕਥਿਤ ਤੌਰ ਤੇ ਉਹਨਾਂ ਦੇ ਕਹਿਣ ਅਨੁਸਾਰ ਕਿ ਮੰਡੀ ਦੇ ਵਿੱਚ ਬੰਬ ਧਮਾਕਾ ਕਰਵਾਇਆ, ਬੰਦੇ ਵੀ ਮਰਵਾਏ ਗਏ, ਕਿਸ ਤਰ੍ਹਾਂ ਇਹਨਾਂ ਵੱਲੋਂ ਮਰਵਾਏ ਗਏ। ਉਹਨਾਂ ਦੀ ਜਾਂਚ ਵੀ ਜਿਹੜੀ ਹੋਣੀ ਚਾਹੀਦੀ ਆ। ਉਸ ਜਾਂਚ ਦੇ ਸੰਬੰਧੀ ਅਜੇ ਤੱਕ ਭਗਵੰਤ ਸਿੰਘ ਮਾਨ ਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਜਵਾਬ ਹੀ ਨਹੀਂ ਆਇਆ, ਕਿਸੇ ਤਰੀਕੇ ਦਾ ਕੋਈ ਪ੍ਰਤੀਕਰਨ ਜਿਹੜਾ ਨਹੀਂ ਹੈ। ਕੁਦਰਤੀ ਤੌਰ ਤੇ ਤੁਹਾਡੀ ਗੱਲ 100% ਹੈਗੀ ਕਿ ਇੱਕ ਸਰਕਾਰ ਕੋਲੋਂ ਫਿਰ ਕੁਝ ਹੈ ਹੀ ਨਹੀਂ ਕਰਨ ਨੂੰ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਜਿਹੜੀ ਮੌਜੂਦਾ ਅਫਸਰਸ਼ਾਹੀ ਆ ਉਹੀ ਸਰਕਾਰ ਦੇ ਦਾਇਰੇ ਵਿੱਚ ਨਹੀਂ ਹੈਗੀ, ਤੇ ਜਾਂ ਫਿਰ ਸਰਕਾਰ ਨੂੰ ਆਪ ਹੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਅੱਗੇ ਭਵਿੱਖ ਵਿੱਚ ਕਰਨਾ ਕੀ ਆ, ਅਸੀਂ ਕਾਰਵਾਈ ਕੀ ਕਰਨੀ ਆ। ਕਿਉਂਕਿ ਉਹੀ ਗੱਲ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਆ ਮੈਚੁਰ ਲੀਡਰਸ਼ਿਪ ਦੀ, ਮੈਚੁਰ ਲੀਡਰਸ਼ਿਪ ਜੇਕਰ ਹੁੰਦੀ ਤਾਂ ਹੁਣ ਤੱਕ ਸੁਖਵਿੰਦਰ ਜੀ ਕੁਝ ਨਾ ਕੁਝ ਜ਼ਰੂਰ ਸਾਹਮਣੇ ਆਇਆ ਹੁੰਦਾ। ਮੈਨੂੰ ਯਾਦ ਆ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾਂ ਬਣਨ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਕਾਰਵਾਈ ਕੀਤੀ ਆਪਾਂ ਰਾਜਨੀਤਿਕ ਸੁੱਚਾ ਸਿੰਘ ਲਗਾ ਉਹਨੂੰ ਕਾਬੂ ਕਰਨ ਦੀ ਸੀ। ਸੁੱਚਾ ਸਿੰਘ ਲਗਾ ਘੱਟ ਤੋਂ ਘੱਟ 6 ਮਹੀਨੇ ਲੁਕਿਆ ਰਿਹਾ। ਉਸ ਤੋਂ ਬਾਅਦ ਉਹ ਪੀਓ ਕਰਾਰ ਦਿੱਤਾ। ਪੀਓ ਕਰਾਰ ਦੇਣ ਤੋਂ ਬਾਅਦ ਉਸਨੂੰ ਫੜਿਆ ਗਿਆ ਤੇ ਉਸ ਤੋਂ ਬਾਅਦ ਉਸਦਾ ਰਾਜਨੀਤਿਕ ਜੀਵਨ ਜਿਸ ਤਰੀਕੇ ਨਾਲ ਖਤਮ ਹੋਇਆ ਸਾਰੇ ਲੋਕਾਂ ਦੇ, ਮੈਂ 2002 ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਉਹ ਬੰਦਾ ਲੀਹ ਤੇ ਆ ਨਹੀਂ ਸਕਿਆ। ਪਰ ਆ ਤੁਸੀਂ ਦੇਖ ਲਓ ਕਿ ਅਜੇ ਬੰਦਾ ਇੱਕ ਦਿਨ ਜਦੋਂ ਫੜਿਆ ਜਾਂਦਾ, ਪਰਚਾ ਦਰਜ ਹੁੰਦਾ, ਇੰਟਰੋਗੇਸ਼ਨ ਹੁੰਦਾ, ਤੇ ਅਗਲੇ ਦਿਨ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ। ਇਹ ਸ਼ਾਇਦ ਸਰਕਾਰ ਦੀ ਮੈਚੁਰਿਟੀ ਲੀਡਰਸ਼ਿਪ ਦੀ ਕਮੀ ਦੇ ਹੋਣ ਕਰਕੇ ਹੀ ਇਹ ਵਰਤਾਰਾ ਜਿਹੜਾ ਵੇਖਣ ਨੂੰ ਮਿਲਦਾ ਪਿਆ ਜੀ। ਮਿਲਦੇ ਤਾਂ ਅਗਲੀ ਖਬਰ ਆਪਾਂ ਲੈ ਲੈਂਦੇ ਆ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਪੋਸਟਰ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਉਹ ਜਿਹੜੇ ਆ ਉਹ ਜ਼ਰੂਰ ਦਿਖਾ ਦਿੱਤੇ ਜਾਣ ਕਿ ਆ ਜਿਹੜਾ ਕਹਿ ਰਿਹਾ ਚੀਮਾ ਸਾਹਿਬ ਕਹਿ ਰਿਹਾ ਕਿ 6000 ਕਰੋੜ GST ਦਾ ਅੰਕੜਾ ਪਾਰ ਹੈ। ਪਹਿਲੀ ਵਾਰ ਕਹਿੰਦੇ 6 ਮਹੀਨਿਆਂ ਦੇ ਵਿੱਚ 10,000 ਕਰੋੜ ਦਾ GST ਦਾ ਅੰਕੜਾ ਜਿਹੜਾ ਪਾਰ ਹੋਇਆ। ਅਣਖੀ ਸਾਹਿਬ ਇਹ ਦਮਗਜੇ ਮਾਰੀ ਜਾਂਦੇ ਆ ਤੇ ਦੂਜੇ ਪਾਸੇ ਪਤਾ ਇਹ ਲੱਗ ਰਿਹਾ ਕਿ ਸਰਕਾਰ ਨੇ 3-3 ਮਹੀਨੇ ਹੋ ਗਏ ਤਨਖਾਹਾਂ ਨਹੀਂ ਦਿੱਤੀਆਂ। ਇਹ ਸਿਸਟਮ ਕੀ ਹੈ? ਉਧਰੋਂ ਜਿਹੜਾ ਅਣਖੀ ਸਾਹਿਬ ਕਰਜ਼ੇ ਤੇ ਕਰਜ਼ਾ ਵੀ ਚੱਕੀ ਜਾ ਰਹੀ ਹੈ ਸਰਕਾਰ, ਤਨਖਾਹਾਂ ਦੇ ਨਹੀਂ ਹੋ ਰਹੀਆਂ, ਤੇ ਆ ਇਧਰੋਂ ਦਮਗਜੇ ਮਾਰੀ ਜਾਂਦੇ ਆ। ਇਹ ਸਮਝਾਓ ਚੱਕਰ ਕੀ ਆ, ਝੂਠ ਕੀ ਆ, ਸੱਚ ਕੀ ਹੈ? ਸੁਖਵਿੰਦਰ ਜੀ, ਜਿਸ ਤਰੀਕੇ ਦਾ ਹਰਪਾਲ ਸਿੰਘ ਚੀਮੇ ਦਾ ਇਹ ਬਿਆਨ ਅੱਜ ਸਾਹਮਣੇ ਆਇਆ, ਅੱਜ ਤੋਂ 1 ਮਹੀਨਾ ਪਹਿਲਾਂ ਵੀ ਉਹਨਾਂ ਨੇ ਅਜੇ ਜਿਹੜੇ ਦਾਅਵੇ ਕੀਤੇ ਸਨ, ਮੁੱਦਾ ਜਿਹੜਾ ਆ GST ਦੇ ਵਾਧੇ ਨੂੰ ਲੈ ਕੇ, ਜਿਹੜਾ ਪਹਿਲਾਂ ਅਸੀਂ ਉਹਨਾਂ ਦੇ ਬਿਆਨ ਦੀ ਗੱਲ ਕਰ ਲਈਏ, ਉਹ ਕਹਿੰਦੇ ਕਿ ਪਿਛਲੇ 6 ਮਹੀਨਿਆਂ ਦੇ ਦੌਰਾਨ ਪਹਿਲੀ ਵਾਰੀ 10,000 ਕਰੋੜ ਦਾ ਜਿਹੜਾ ਅੰਕੜਾ ਆ ਉਹ ਪਾਰ ਕੀਤਾ ਹੈ GST ਦੇ ਆਉਣ ਦੇ ਨਾਲ, ਤੇ ਖਜ਼ਾਨੇ ਦੀ ਜਿਹੜੀ ਸਰਕਾਰੀ ਖਜ਼ਾਨਾ ਉਹ ਪੂਰਨ ਤੌਰ ਤੇ ਭਰ ਗਿਆ। ਜਿਹੜੀ GST ਇਹਨੇ 22.5% ਜਿਹੜੀ ਆ ਪਿਛਲੇ ਮਹੀਨਿਆਂ ਦੇ ਮੁਕਾਬਲੇ ਇਹਨਾਂ 6 ਮਹੀਨਿਆਂ ਦੇ ਵਿੱਚ ਵਧੀ ਹੈਗੀ ਆ। ਇਹ ਸਰਕਾਰੀ ਬਿਆਨ ਜਿਹੜਾ ਉਹਨਾਂ ਨੇ ਆਪਣੀ ਸਰਕਾਰ ਦਾ ਦਿੱਤਾ। ਤੇ ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਹੈ ਕਿ ਜੇਕਰ 10,000 ਕਰੋੜ ਜਿਹੜਾ GST ਦੇ ਰੂਪ ਦੇ ਵਿੱਚ ਜਿਹੜੀ ਆਮਦਨ ਆ ਸਰਕਾਰ ਦੇ ਵਿੱਤੀ ਵਸੀਲਿਆਂ ਦੇ ਵਿੱਚ ਵਾਧਾ ਹੁੰਦਾ ਜਾਂ ਵਾਧਾ ਕਰਦੀ ਹੈ, ਸਰਕਾਰ ਦਾ ਖਜ਼ਾਨਾ ਭਰਦਾ, ਤਾਂ ਦੂਜੇ ਪਾਸੇ ਪੰਜਾਬ ਦੇ ਜਿਸ ਤਰ੍ਹਾਂ ਕੱਲ ਦੇ ਪ੍ਰੋਗਰਾਮ 'ਚ ਅਸੀਂ ਚਰਚਾ ਕੀਤੀ ਔਰ ਬੜਿਆਂ ਲੋਕਾਂ ਨੇ ਉਹਨਾਂ ਦੇ ਕਮੈਂਟਸ ਵੀ ਕੀਤੇ ਕਿ ਬੜੇ ਡਿਪਾਰਟਮੈਂਟ ਨੇ, ਬੜੇ ਵਿਭਾਗ ਨੇ, ਖਾਸ ਤੌਰ ਤੇ ਉਹ ਜਿਹੜੇ ਕੱਚੇ ਮੁਲਾਜ਼ਮ ਨੇ, ਕੱਚੇ ਮੁਲਾਜ਼ਮ ਤੋਂ ਭਾਵ ਜਿਹੜੇ ਕੋਈ ਠੇਕੇ ਦੇ ਕੰਮ ਕਰਦੇ ਪਏ ਆ ਜਾਂ ਆਊਟਸੋਰਸਿਸ ਤੇ ਕੰਮ ਕਰਦੇ ਪਏ ਆ ਜਾਂ ਜਿਹੜੇ ਪਾਰਟ ਟਾਈਮ ਕਰਦੇ ਪਏ ਆ, ਅਜਿਹੇ ਵਿਅਕਤੀ ਜਿਨ੍ਹਾਂ ਦੀਆਂ ਤਨਖਾਹ ਜਿਹੜੀ ਆ ਉਹ ਆਪਾਂ ਉਹਨਾਂ ਦੀ ਲੱਗੇ ਕੰਮ ਦੇ ਆਧਾਰ ਤੇ ਜਿਹੜੀ ਆਉਂਦੀ ਆ, ਤਾਂ ਇਹੋ ਜਿਹੇ ਜਿਹੜੇ ਬੰਦੇ ਬੀਤੇ 3 ਮਹੀਨਿਆਂ ਤੋਂ ਤਨਖਾਹਾਂ ਤੋਂ ਪੂਰਨ ਤੌਰ ਤੇ ਵਾਂਝੇ ਨੇ, ਬਿੱਲ ਆਪਣਾ ਬਣਾ ਕੇ ਦੇ ਚੁੱਕੇ ਨੇ। ਅੱਗੋਂ ਬਿੱਲ ਜਿਹੜਾ ਖਜ਼ਾਨੇ ਦੇ ਵਿੱਚ ਜਾਂਦਾ, ਖਜ਼ਾਨਾ ਅਧਿਕਾਰੀ ਇੰਨੀ ਗੱਲ ਕਹਿ ਦਿੰਦਾ ਕਿ ਬਿੱਲ ਜਿਹੜਾ ਪਾਸ ਨਹੀਂ ਹੋਇਆ। ਬਾਕੀ ਸੁਖਵਿੰਦਰ ਜੀ, ਇਹ ਤਾਂ ਇੱਕ ਪੱਖ ਆ। ਦੂਜੇ ਪਾਸੇ ਕਈ ਸਰਕਾਰੀ ਮਹਿਕਮੇ ਨੇ ਜਿਹੇ ਨੇ, ਸਿਹਤ ਵਿਭਾਗ ਦੀ ਗੱਲ ਕਰੀਏ, ਪੁਲਿਸ ਵਿਭਾਗ ਦੀ ਮੈਂ ਕੱਲ ਗੱਲ ਕੀਤੀ, 5 ਤਰੀਕ ਅੱਜ ਹੋ ਚੁੱਕੀ ਆ, ਜਦੋਂ ਕਿ ਇਹ ਮਹੀਨਾ ਤਿਉਹਾਰਾਂ ਦਾ ਹੈਗਾ ਮਹੀਨਾ ਅਸੀਂ ਕਹਿ ਸਕਦੇ ਹਾਂ। ਅੱਜ ਦੁਸਹਿਰਾ ਸੀ, 13 ਤਰੀਕ ਨੂੰ ਕਰਵਾ ਚੌਥ ਆ, 24 ਤਰੀਕ ਨੂੰ ਜਿਹੜਾ ਦੀਵਾਲੀ ਦਾ ਤਿਉਹਾਰ ਹੈਗਾ। ਸਾਰਾ ਮਹੀਨਾ ਜਿਹੜਾ ਇਹ ਜਿਹੜਾ ਤਿਉਹਾਰਾਂ ਦੇ ਨਾਲ ਸੰਬੰਧ ਰਹੇਗਾ। ਤੇ ਤਿਉਹਾਰ ਸੁਖਵਿੰਦਰ ਜੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਤੁਹਾਡੀ ਜੇਬ ਦੇ ਵਿੱਚ ਮਾਇਆ ਹੋਵੇ। ਤਾਂ ਜਦੋਂ ਤੁਸੀਂ ਮਾਇਆ ਤੋਂ ਸਖਣੇ ਜੇ, ਤੁਹਾਡੇ ਵਾਸਤੇ ਫਿਰ ਦੀਵਾਲੀ ਉਹ ਦੀਵਾਲੀ ਨਹੀਂ, ਤੁਹਾਡੇ ਵਾਸਤੇ ਦੁਸਹਿਰਾ ਉਹ ਦੁਸਹਿਰਾ ਨਹੀਂ। ਤੇ ਦੂਜੇ ਪਾਸੇ ਸਰਕਾਰ ਇਹ ਦਾਅਵੇ ਕਰ ਰਹੀ ਆ ਕਿ ਅਸੀਂ 10,000 ਕਰੋੜ ਦਾ ਜਿਹੜਾ ਵਿੱਤੀ ਜਿਹੜਾ ਵਸੀਲਾ ਉਹ ਹਾਸਲ ਕੀਤਾ GST ਦੇ ਰੂਪ ਦੇ ਵਿੱਚ। ਪਰ ਸੁਖਵਿੰਦਰ ਜੀ, ਜਿੱਥੇ ਬੀਤੇ 3 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ, ਖਾਸ ਤੌਰ ਤੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲੀਆਂ ਹੋਣ, ਉਹ ਮੁਲਾਜ਼ਮ ਜਿਨ੍ਹਾਂ ਦਾ ਉਹੀ ਹੀ ਤਨਖਾਹ ਇੱਕ ਉਹਨਾਂ ਦੀ ਰੋਟੀ ਦਾ ਸੋਰਸ ਹੁੰਦਾ, ਕਿਉਂਕਿ ਉਹਨਾਂ ਕੋਲ ਬੈਂਕ ਬੈਲੈਂਸ ਨਹੀਂ ਹੁੰਦੇ ਜਿਸ ਤਰੀਕੇ ਨਾਲ ਪੱਕੇ ਮੁਲਾਜ਼ਮਾਂ ਦੇ ਹੋ ਸਕਦੇ ਆ। ਤਾਂ ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਜਿਹੜੇ ਇਹ ਦਾਅਵੇ ਪੇਸ਼ ਕੀਤੇ ਜਾ ਰਹੇ, ਇਸ਼ਤਿਹਾਰ ਜਿਹੜਾ ਪੇਸ਼ ਕੀਤਾ ਜਾ ਰਿਹਾ, ਸਰਕਾਰ ਦੀ ਭੂਮਿਕਾ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ। ਸੁਖਵਿੰਦਰ ਜੀ, ਇਸ ਤੋਂ ਵੀ ਅਗਲੀ ਗੱਲ ਕਰਦੀ ਹੈ,
ਇਹ 10,000 ਕਰੋੜ ਤਾਂ ਇਹ ਕਹਿ ਰਹੇ ਨੇ ਕਿ ਹਾਲਾਂਕਿ ਇਹ ਖਬਰ ਕਾਫੀ ਵੱਡੀ ਆ, ਹਰ ਮਹਿਕਮੇ ਨੂੰ ਦੱਸਿਆ ਕਿੱਥੋਂ ਕਿੱਥੋਂ ਹੈ, ਆਪਾਂ ਸੰਖੇਪ ਚ ਗੱਲ ਕੀਤੀ ਆ ਕਿਉਂਕਿ ਸਰਕਾਰ ਨੇ ਇਸ ਮੁੱਦੇ ਤੇ ਸਿਰਫ ਆਪਣੀ ਪਿੱਠ ਥਾਪੜੀ ਹੈ। ਤੱਥਾਂ ਦੇ ਨਾਲ ਜੇਕਰ ਗੱਲ ਕਰੇ ਤਾਂ ਉਹ ਤੱਥ ਜਿਹੜੇ ਹੋਰ ਨਿਕਲਣਗੇ। ਅਜੇ ਵਿਰੋਧੀ ਧਿਰਾਂ ਨੇ ਵੀ ਇਸ ਉੱਤੇ ਬੋਲਣਾ। ਸੁਖਵਿੰਦਰ ਜੀ, ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਜੀ ਕਿ 10,000 ਕਰੋੜ ਦਾ ਜਿਹੜਾ ਅੰਕੜਾ GST ਦੇ ਰੂਪ ਦੇ ਵਿੱਚ ਅਸੀਂ ਪਾਰ ਕੀਤਾ ਪਿਛਲੇ 6 ਮਹੀਨਿਆਂ ਤੋਂ ਬਾਅਦ, ਦੂਜੇ ਪਾਸੇ ਜਿਹੜੀ ਕਰਜ਼ਾ ਤੁਸੀਂ ਵੱਖ-ਵੱਖ ਲੈ ਰਹੇ ਜੀ, ਉਹ ਕਰਜ਼ੇ ਦੀ ਜਿਹੜੀ ਅਸੀਂ ਕਹਿ ਸਕਦੇ ਰਕਮ ਆ ਜਾਂ ਉਸਦੀ ਜਿਹੜੀ ਆਵਾਰਤ ਆ ਉਹ ਤੁਹਾਡੇ ਇਸ GST ਨਾਲੋਂ ਕਈ ਗੁਣਾ ਵੱਧ ਆ। ਤਾਂ ਫਿਰ ਇਹ ਜਿਹੇ ਦਾਅਵੇ ਫਿਰ ਕਰਦੇ ਨਹੀਂ ਚਾਹੀਦੇ, ਜਾਂ ਫਿਰ ਇਹ ਦਾਅਵੇ ਕੀਤੇ ਜਾਣ ਕਿ ਅਸੀਂ ਆਹ ਕਰਜ਼ਾ ਲਿਆ, ਇਹ GST ਦੀ ਦਾਰਾ ਹੀ ਮਤਲਬ ਪ੍ਰਾਪਤ ਹੋਇਆ, ਇੰਨੇ ਪ੍ਰਤੀਸ਼ਤ ਸਾਡਾ ਇਜ਼ਾਫਾ ਹੋਇਆ ਆਮਦਨ ਦੇ ਵਿੱਚ ਤੇ ਇੰਨੇ ਪ੍ਰਤੀਸ਼ਤ ਅਸੀਂ ਵਾਪਸ ਕੀਤਾ। ਉਹਦੇ ਸੰਬੰਧੀ ਤਾਂ ਅਜੇ ਕੋਈ ਗੱਲ ਜਿਹੜੀ ਨਹੀਂ ਆ ਰਹੀ। ਸ਼ਾਇਦ ਸਰਕਾਰ ਇਸ GST ਨੂੰ ਜਿਹੜੀ ਪ੍ਰਾਪਤ ਹੋਇਆ, ਜਿਹੜਾ 10,000 ਕਰੋੜ ਦਾ ਅੰਕੜਾ ਪਾਰ ਕੀਤਾ, ਸ਼ਾਇਦ ਸਰਕਾਰ ਨੇ ਇਹਦੇ ਵਾਸਤੇ ਇਹੋ ਸੋਚਿਆ ਕਿ ਅਜੇ ਜਿਹੜੀਆਂ ਚੋਣਾਂ ਨੇ ਗੁਜਰਾਤ ਤੇ ਹਿਮਾਚਲ ਦੇ ਵਿੱਚ ਹੋਣੀਆਂ ਨੇ, ਸ਼ਾਇਦ ਇਹਨਾਂ ਦੀ ਸਹਾਇਤਾ ਜਿਹੜੀ ਆ ਉੱਥੇ ਲੈ ਲਈ ਜਾਵੇ। ਬਾਕੀ ਲੋਕਾਂ ਦੇ ਮਸਲਿਆਂ ਦੀ ਕਿਹੜੀ ਆ, ਲੋਕਾਂ ਨੂੰ ਮਹੀਨਾ ਜਾਂ 1.5 ਮਹੀਨਾ ਬਾਅਦ ਮੇਰੇ ਖਿਆਲ ਚਾਣਕੀ ਸਾਹਿਬ ਸਿੱਧਾ ਨਹੀਂ ਮਿਲੇਗਾ। ਮੈਨੂੰ ਲੱਗਦਾ GST ਇਦਾਂ ਦਾ ਸਿੱਧਾ ਨਹੀਂ ਮਿਲੇਗਾ, ਇਹ ਤਾਂ ਕੇਂਦਰ ਸਰਕਾਰ ਦੇਗੀ ਨਾ। ਸੁਖਿੰਦਰ ਜੀ, ਉਹ ਮੈਂ ਗੱਲ ਕਰ ਰਿਹਾ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹਿੱਸਾ ਉਹ ਉਹਨਾਂ ਨੇ ਗਿਣ ਲਿਆ ਨਾ ਕਿ ਇਹਦਾ ਸਾਨੂੰ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੂੰ ਮਿਲਿਆ ਕਿ ਇੰਨੇ ਫੀਸਦੀ ਸਾਡੇ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਹੋਇਆ। GST ਤਾਂ ਕੁਦਰਤੀ ਤੌਰ ਤੇ ਕੇਂਦਰ ਸਰਕਾਰ ਵੱਲੋਂ ਹੀ ਸਰਕਾਰ ਨੂੰ ਜਿਹੜੀ ਦਿੱਤੀ ਜਾਣੀ ਆ, ਔਰ ਬੀਤੇ ਲੰਮੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਇਹਦੇ ਉੱਤੇ ਆਪਣਾ ਹੱਥ ਜਿਹੜਾ ਘੁੱਟਿਆ ਜਾਂਦਾ ਰਿਹਾ। ਹੁਣ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੀ ਆਪਸੀ ਕੋਲੈਬੋਰੇਸ਼ਨ ਜਾਂ ਅਲਜੈਬਰਾ ਜਿਹੜਾ ਕਿਹੋ ਜਿਹਾ, ਇਹ ਸਾਰੀ ਦੁਨੀਆ ਜਾਣਦੀ ਹੈ। ਪਰ ਜਿਸ ਤਰੀਕੇ ਨਾਲ ਹਰਪਾਲ ਸਿੰਘ ਚੀਮਾ ਆਪਣੇ ਇਸ ਪੁਆਇੰਟ ਨੂੰ ਲੈ ਕੇ ਆਪਣਾ ਦਾਅਵਾ ਕਰ ਰਹੇ ਆ, ਕੁਦਰਤੀ ਤੌਰ ਤੇ ਸਰਕਾਰ ਦੀ ਕਹਿਣੀ ਤੇ ਕਰਦੀ ਦੇ ਵਿੱਚ ਅੰਤਰ ਜਿਹੜਾ ਜ਼ਰੂਰ ਨਜ਼ਰ ਆਉਂਦਾ। ਜੇ ਵਾਕਿਆ ਹੀ ਤੁਹਾਡੇ ਵਾਲੀ ਗੱਲ ਜ਼ਿਆਦਾ ਵਧੀਆ ਲੱਗਦੀ ਕਿ ਠੀਕ ਲੱਗਦੀ ਆ ਕਿ ਜੇ ਵਾਕਿਆ ਹੀ ਇਹ ਸਿੱਧਾ ਉਹਨਾਂ ਦੇ ਖਜ਼ਾਨੇ 'ਚ ਜਮਾ ਹੋਇਆ ਹੁੰਦਾ ਤਾਂ ਹੁਣ ਤੱਕ ਸੁਖਵਿੰਦਰ ਜੀ ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਜ਼ਰੂਰ ਉਹਨਾਂ ਦੇ ਖਾਤਿਆਂ 'ਚ ਪੈ ਗਈਆਂ ਹੁੰਦੀਆਂ, ਲੋਕਾਂ ਦਾ ਜਿਹੜਾ ਆਰਥਿਕ ਤਰਾਸਦੀ ਆ ਉਹਨਾਂ ਨੂੰ ਨਾ ਭੁਗਤਣੀ ਪੈਂਦੀ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਹਰਪਾਲ ਸਿੰਘ ਚੀਮੇ ਦਾ ਇਹ ਜਿਹੜਾ ਬਿਆਨ ਕਿੱਥੋਂ ਤੱਕ ਸਹੀ ਹੈ, ਕਿਉਂਕਿ ਚਲੋ ਅਸੀਂ ਤੇ ਸੰਖੇਪ 'ਚ ਚਰਚਾ ਕੀਤੀ ਹੈ। ਸਾਥੋਂ ਇਲਾਵਾ ਵਿਰੋਧੀ ਧਿਰਾਂ ਹਮੇਸ਼ਾ ਇਹੋ ਹੀ ਵੇਖਦੀਆਂ ਨੇ ਕਿ ਹਾਂ ਭਈ ਹੁਣ ਬਿਆਨ ਕੀ ਆਇਆ, ਉਸ ਬਿਆਨ ਤੇ ਉਹਨਾਂ ਨੇ ਕੀ ਪ੍ਰਤੀਕਰਮ ਦੇਣਾ, ਉਸ ਆਉਂਦਿਆਂ ਬੜੇ ਸਮੇਂ ਦੇ ਵਿੱਚ ਜ਼ਰੂਰ ਸਪਸ਼ਟ ਹੋ ਜਾਵੇਗਾ। ਜੀ ਚਾਣਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।